ਆਊਜ਼ ਬਿਲਾਹਿ ਮਿਨ ਸ਼ੈਤਾਨ ਰਜੀਮ ਬਿਸਮਿल्लाहिर रहमान रहीम। ਜੀ ਮੈਂ ਤੁਹਾਡਾ ਆਪਣਾ ਹੋਸਟ ਸੈयद ਸ਼ਫਕਤ ਅਬਾਸ ਤੇ ਤੁਸੀਂ ਵੇਖ ਰਹੇ ਹੋ Z9 HD TV। ਅੱਜ ਦੇ ਜਿਹੜੇ ਫਨਕਾਰ ਸਾਡੇ ਨਾਲ ਮੌਜੂਦ ਨੇ ਕਿਸੇ ਤਾਰਫ ਦੇ ਮੁਹਤਾਜ ਨਹੀਂ। ਇਹਨਾਂ ਨੇ ਪਾਕਿਸਤਾਨ ਫਿਲਮ ਇੰਡਸਟਰੀ, ਪਾਕਿਸਤਾਨ ਟੈਲੀਵਿਜ਼ਨ, ਪਾਕਿਸਤਾਨ ਸਟੇਜ ਡਰਾਮਾ ਤੇ YouTube ਤੇ ਬੜਾ ਨਾਂ ਕਮਾਇਆ ਹੈ। ਜਨਾਬ ਅਲੀ ਰਜ਼ਾ ਸਾਹਿਬ, अस्सलाम वालेकुम। वालेकुम अस्सलाम। ਜੀ ਅਲੀ ਰਜ਼ਾ ਸਾਹਿਬ, ਸਾਨੂੰ ਪਹਿਲੇ ਤੁਸੀਂ ਸਾਨੂੰ ਇਹ ਦੱਸੋ ਕਿ ਇਹ ਤੁਹਾਡਾ ਜਿਹੜਾ ਡਰਾਮਾ ਲਾਈਨ 'ਚ ਨਾਂ ਹੈ ਉਹ ਕੀ ਹੈ? ਡਰਾਮਾ ਲਾਈਨ ਤੇ ਮੈਨੂੰ ਟਾਈਗਰ ਖਾਨ ਕਹਿੰਦੇ। ਟਾਈਗਰ ਖਾਨ। ਹਾਂ, ਨਿਕਨੇਮ ਮੇਰਾ ਟਾਈਗਰ ਖਾਨ ਡਰਾਮੇ 'ਚ, ਤੇ ਵੈਸੇ ਫੈਮਿਲੀ ਨਾਮ ਜਿਹੜਾ ਮੇਰਾ ਉਹ ਅਲੀ ਰਜ਼ਾ। ਅੱਛਾ, ਅਲੀ ਰਜ਼ਾ ਸਾਹਿਬ, ਤੁਹਾਨੂੰ ਹੁਣ ਅਸੀਂ ਅਲੀ ਰਜ਼ਾ ਕਹੀਏ ਜਾਂ ਟਾਈਗਰ ਕਹੀਏ? ਜੋ ਤੁਹਾਡਾ ਦਿਲ ਕਰੇ ਤੁਸੀਂ ਉਹ ਕਹਿ ਸਕਦੇ। ਟਾਈਗਰ ਕਹਿ ਲੈਂਦੇ ਹਾਂ ਕਿਉਂਕਿ ਟਾਈਗਰ ਦੇ ਨਾਂ ਤੋਂ ਮਸ਼ਹੂਰ ਹੋ ਤੁਸੀਂ। ਹਾਂਜੀ ਹਾਂਜੀ। ਤੇ ਅੱਛਾ ਜਨਾਬ ਟਾਈਗਰ ਸਾਹਿਬ, ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਇਹ ਡਰਾਮਾ ਲਾਈਨ ਸ਼ੁਰੂ ਕੀਤੀ, ਤੁਹਾਡਾ ਸਟਾਰਟਿੰਗ ਡਰਾਮਾ ਲਾਈਨ ਹੀ ਸੀ? ਸਟਾਰਟਿੰਗ ਮੈਂ ਸ਼ੁਰੂ ਤੇ ਕਮਰਸ਼ੀਅਲ ਕੀਤੀਆਂ ਨੇ, ਐਡ ਵਗੈਰਾ ਕੀਤੇ ਨੇ ਲੋਕਲ। ਅੱਛਾ, ਲੋਕਲ ਐਡ ਕੀਤੇ ਨੇ, ਯਾਨੀ ਕਿ ਕੇਬਲ ਐਡ ਵਗੈਰਾ? ਹਾਂਜੀ, ਗੁਜਰਾਤ ਲੈਵਲ ਦੇ ਲੋਕਲ ਐਡ ਕੀਤੇ। ਅੱਛਾ, ਜਦੋਂ ਤੁਸੀਂ ਇਸ ਫੀਲਡ ਦੇ ਵਿੱਚ ਪੈਰ ਰੱਖਿਆ ਹਾਂਜੀ, ਤੇ ਕੀ ਕੋਈ ਮੁਸ਼ਕਲਾਤ ਪੈਦਾ ਹੋਈਆਂ? ਮੁਸ਼ਕਲਾਤ ਤੇ ਸਭ ਤੋਂ ਪਹਿਲੇ ਤੁਹਾਡੀਆਂ ਫੈਮਿਲੀ ਹੀ ਮੁਸ਼ਕਲਾਤ ਸ਼ੁਰੂ ਹੋ ਜਾਂਦੀਆਂ। ਅੱਛਾ, ਯਾਨੀ ਕਿ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਘਰੋਂ ਹੀ ਸ਼ੁਰੂ ਹੋ ਜਾਂਦੀਆਂ। ਸ਼ੁਰੂ ਹੋ ਗਿਆ। ਬਾਹਰ ਦੀ ਤਾਂ ਗੱਲ ਹੀ ਬਾਤ ਨਹੀਂ ਹੈ ਨਾ, ਪਹਿਲੇ ਘਰੋਂ ਹੀ ਸ਼ੁਰੂ ਹੋ ਜਾਂਦੀ। ਘਰ ਦੇ ਗਈ ਹੁੰਦੇ ਯਾਰ ਕਿਹੜੇ ਕੰਮ ਲੱਗ ਗਿਆ, ਇਹ ਕੰਮ 'ਚ ਕਿੱਥੇ ਵੜ ਗਿਆ ਤੂੰ, ਇਹ ਕੰਮ 'ਚ ਹੈ ਕੁਛ ਪਿਆ। ਤੇ ਲੇਕਿਨ ਇਹ ਕਿ ਜੋ ਬੰਦਾ ਕਰਨਾ ਚਾਹੁੰਦਾ ਹੁੰਦਾ, ਉਹਦਾ ਦਿਲ ਕਹਿੰਦਾ ਹੁੰਦਾ ਕਿ ਤੁਸੀਂ ਇਹ ਕਰ ਸਕਦੇ ਹੋ। ਅੱਛਾ, ਤੇ ਤੁਹਾਨੂੰ ਇਹ ਜਨੂਨ ਕਿਸ ਤਰ੍ਹਾਂ ਪੈਦਾ ਹੋਇਆ? ਕਿਸ ਤਰ੍ਹਾਂ ਤੁਸੀਂ ਜ਼ਿਹਨ 'ਚ ਸੋਚਿਆ ਕਿ ਤੁਹਾਡੇ ਅੰਦਰ ਕੋਈ ਫਨਕਾਰ ਹੈ, ਇਹਨੂੰ ਬਾਹਰ ਕੱਢਣਾ ਚਾਹੀਦਾ? ਮੈਂ ਜਦੋਂ ਸਕੂਲ ਪੜ੍ਹਦਾ ਸਾਂ ਉਦੋਂ ਹੀ ਮਤਲਬ ਕਾਮੇਡੀ ਕਰਦਾ ਹੁੰਦਾ ਸਾਂ, ਅੱਛੀਆਂ ਗੱਲਾਂ। ਸਕੂਲ 'ਚ ਤੁਹਾਨੂੰ ਯਾਦ ਹੋਏਗਾ ਪਹਿਲੇ ਇੱਕ ਬਜ਼ਮੇ ਅਦਬ ਹੁੰਦਾ ਸੀ। ਹਾਂ, ਹਰ ਜੁਮੇਰਾਤੀ ਜਾਂ ਕੋਈ ਮਖਸੂਸ ਦਿਹਾੜਾ ਹੁੰਦਾ ਸੀ। ਹਾਂਜੀ, ਉਹ ਬਜ਼ਮੇ ਅਦਬ 'ਚ ਮੈਂ ਨਾਤ ਵੀ ਪੜ੍ਹਦਾ ਰਿਹਾ। ਬਜ਼ਮੇ ਅਦਬ 'ਚ ਫਿਰ ਮੈਂ ਮਤਲਬ ਕਾਮੇਡੀ ਵੀ ਕਰਦਾ ਰਿਹਾ, ਦੋਸਤਾਂ ਨਾਲ ਸ਼ੁਗਲ ਮੇਲਾ ਵੀ ਕਰਦਾ ਰਿਹਾ। ਟੀਚਰ ਨੂੰ ਪਤਾ ਲੱਗ ਗਿਆ ਕਿ ਯਾਰ ਇਹ ਬੰਦਾ ਜਿਹੜਾ ਨਾ ਕਾਮੇਡੀ ਇਹਦੇ ਅੰਦਰ ਕੁਛ ਹੈ। ਫਿਰ ਉਹ ਟੀਚਰ ਨੇ ਹੀ ਮੈਨੂੰ ਮਸ਼ਵਰਾ ਦੇਣਾ ਸ਼ੁਰੂ ਕਰ ਦਿੱਤਾ ਕਿ ਯਾਰ ਤੂੰ ਉਹ ਆਪਣਾ ਜਿਹੜਾ ਤੇਰਾ ਸ਼ੌਕ ਹੈ ਉਹ ਲਾਈਨ ਹੀ ਮਤਲਬ ਤੂੰ ਚੋਇਸ ਕਰਨੀ ਹੈ। ਅੱਛਾ, ਇਹਦਾ ਮਤਲਬ ਬਚਪਨ 'ਚ ਹੀ ਨਾ ਤੁਹਾਡੇ ਅੰਦਰ ਫਨਕਾਰ ਸੀ। ਤੇ ਇਹ ਫਨਕਾਰ ਤੁਹਾਡਾ ਤਰਾਸ਼ਿਆ ਕਿੰਨੇ? ਜਦੋਂ ਮੈਂ ਲੋਕਲ ਐਡ ਕੀਤੀ, ਫਿਰ ਇੱਕ ਗੁਜਰਾਤ ਦੇ ਤੁਸੀਂ ਜਾਣਦੇ ਹੋ ਬੜੇ ਅੱਛੇ ਆਰਟਿਸਟ ਨੇ, ਬਾਬਰ ਬੇਗ। ਅੱਛਾ, ਬਾਬਰ ਬੇਗ ਸਾਹਿਬ। ਨਾਜ਼ਰੀਨ, ਮੈਂ ਤੁਹਾਨੂੰ ਦੱਸਾਂ ਕਿ ਜਦੋਂ ਮੈਂ ਆਪਣਾ ਚੈਨਲ ਬਣਾਇਆ ਤੇ ਸਾਨੂੰ ਪਹਿਲਾ ਇੰਟਰਵਿਊ ਬਾਬਰ ਬੇਗ ਸਾਹਿਬ ਦਾ ਹੀ ਮੈਂ ਕੀਤਾ ਸੀ। ਅੱਛਾ, ਬੇਸ਼ੱਕ ਤੁਹਾਡੇ ਉਸਤਾਦ ਨੇ ਉਹ? ਹਾਂਜੀ, ਬੇਸ਼ੱਕ ਜਿਹੜੇ ਨਾ ਮਤਲਬ ਸਟਾਰਟ ਜਿਹੜਾ ਨਾ ਮੈਂ ਉਹਨਾਂ ਕੋਲੋਂ ਹੀ ਕੀਤਾ, ਬਾਬਰ ਬੇਗ ਸਾਹਿਬ ਕੋਲੋਂ। ਅੱਛਾ, ਬੇਗ ਸਾਹਿਬ ਕੋਲੋਂ ਤੁਸੀਂ ਕਾਫੀ ਕੁਝ ਸਿੱਖਿਆ? ਹਾਂਜੀ, ਕਾਫੀ ਕੁਝ ਸਿੱਖਿਆ। ਅੱਛਾ, ਐਸੇ ਤਰ੍ਹਾਂ ਫਿਰ ਉਸ ਤੋਂ ਵੱਧਦੇ ਤੁਸੀਂ ਕਿਸ ਤਰ੍ਹਾਂ ਅੱਗੇ ਫਿਲਮ ਇੰਡਸਟਰੀ ਤੱਕ ਕਿੰਜ ਪਹੁੰਚੇ? ਉੱਥੋਂ ਵੱਧਦੇ ਫਿਰ ਮੈਂ 2-3 ਸ਼ਰਮਾਸਕੋ ਮੂਵੀਆਂ ਕੀਤੀਆਂ। ਅੱਛਾ, ਜਿਹਦੇ ਸਰ ਫੈਰਸ ਕੋਈ ਮੂਵੀ ਹੋਵੇ? ਤਾਬਿਸ਼ਾ। ਅੱਛਾ, ਇਹ ਗੁਜਰਾਤ, ਜਿੱਥੋਂ ਤੱਕ ਮੈਨੂੰ ਯਾਦ ਹੈ ਇਹ ਗੁਜਰਾਤ ਦੀ ਆਪਣੀ ਮੂਵੀ ਸੀ? ਹਾਂਜੀ, ਇਹ ਗੁਜਰਾਤ ਦੀ ਆਪਣੀ ਮੂਵੀ ਸ਼ਰਮਾਸਕੋਪ ਸੀ, ਜਿਹਦੇ 'ਚ ਹੀਰੋ ਬਾਬਰ ਬੇਗ ਸਾਹਿਬ ਕੀਤਾ ਸੀ। ਅੱਛਾ, ਮਰਕਜ਼ੀ ਰੋਲ। ਤੇ ਨਾਲ ਉਹਨਾਂ ਦੇ ਹੀਰੋਸ਼ਿਪ 'ਚ ਸਨ ਤਾਬਿਸ਼ਾ ਦੇ ਨਾਂ ਤੋਂ ਉਹਨਾਂ ਟਾਈਟਲ ਕੀਤਾ ਸੀ, ਤੇ ਨਸੀਮ ਹਸਨ ਸ਼ਾਹ ਸਾਹਿਬ, ਤੁਹਾਨੂੰ ਯਾਦ ਹੋਵੇਗਾ। ਅੱਛਾ, ਨਸੀਮ ਹਸਨ ਸ਼ਾਹ ਸਾਹਿਬ ਇਹ ਗੁਜਰਾਤ ਦੇ ਸਾਡੇ ਆਪਣੇ ਫਨਕਾਰ ਨੇ। ਤੇ ਮਾਸ਼ਾਅੱਲਾ ਇਹ ਉਹ ਤਾਬਿਸ਼ਾ ਫਿਲਮ ਸੀ ਜਿਨ੍ਹਾਂ ਨੇ ਅਵਾਰਡ ਹਾਸਲ ਕੀਤਾ ਸੀ। ਤੇ ਇਹਨਾਂ ਦੇ ਰਾਈਟਰ ਵੀ ਗੁਜਰਾਤ ਦੇ ਸਨ। ਅੱਛਾ, ਰਾਈਟਰ ਕੌਣ ਸਨ ਇਹਨਾਂ ਦੇ? ਮਨੀਰ ਮੁਰਾਦ ਸਾਹਿਬ। ਅੱਛਾ, ਮਨੀਰ ਮੁਰਾਦ ਸਾਹਿਬ, ਇਹ ਬਹੁਤ ਆਲਾ ਰਾਈਟਰ ਨੇ ਮਾਸ਼ਾਅੱਲਾ। ਤੁਸੀਂ ਸੁਣਿਆ ਹੋਵੇਗਾ ਇੱਕ ਬੜੇ ਅੱਛੇ ਹੀ ਪਾਕਿਸਤਾਨ ਦੇ ਰਾਈਟਰ ਨੇ ਸਲੀਮ ਮੁਰਾਦ ਸਾਹਿਬ। ਜੀ, ਇਹ ਉਹਨਾਂ ਦੇ ਛੋਟੇ ਭਾਈ ਨੇ ਮਨੀਰ ਮੁਰਾਦ ਸਾਹਿਬ। ਅੱਛਾ, ਚਲੋ ਇਹ ਤਾਂ ਗੱਲਾਂ ਹੁੰਦੀਆਂ ਰਹਿਣਗੀਆਂ। ਤੁਸੀਂ ਇਹ ਦੱਸੋ ਕਿ ਤੁਸੀਂ ਜਦੋਂ ਇਸ ਸ਼ੋਬੇ 'ਚ ਤੁਸੀਂ ਗੁਜਰਾਤ ਤੋਂ ਫਿਰ ਸਟੇਜ ਸ਼ੁਰੂ ਕੀਤਾ ਜਾਂ ਫਿਰ ਲਾਹੌਰ ਤੋਂ ਕੀਤਾ ਸੀ? ਮੈਂ ਗੁਜਰਾਤ ਤੋਂ ਹੀ ਸ਼ੁਰੂ ਕੀਤਾ, ਫਿਰ ਮੈਂ ਲਾਹੌਰ ਤੱਕ ਵੀ ਗਿਆ, ਫਿਰ ਮੈਂ ਪਿੰਡੀ ਵੀ ਕੀਤਾ, ਫਿਰ ਗੁਜਰਾਂਵਾਲਾ ਕੀਤਾ, ਮੁਲਤਾਨ ਕੀਤਾ, ਫਿਰ ਮੈਂ ਲਗਾਤਾਰ ਜ਼ਿਆਦਾ ਟਾਈਮ ਜਿਹੜਾ ਫੈਸਲਾਬਾਦ 'ਚ ਐਕਸਪੈਂਡ ਕੀਤਾ। ਅੱਛਾ ਨਾਜ਼ਰੀਨ, ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਇਹਦੇ ਵਿੱਚ ਤਾਵਨ ਕੀਤਾ ਸਾਡੇ ਨਾਲ ਗੁੱਡ ਲੱਕ ਕਾਸਮੈਟਿਕਸ ਇੰਡਸਟਰੀਜ਼ ਪ੍ਰਾਈਵੇਟ ਲਿਮਿਟਿਡ ਗੁਜਰਾਤ ਨੇ। ਤੇ ਇਹ ਬਹੁਤ ਅੱਛੇ ਕਾਸਮੈਟਿਕਸ ਬਣਾਉਂਦੇ ਨੇ। ਤੇ ਅੱਛਾ, ਤੁਸੀਂ ਟਾਈਗਰ ਸਾਹਿਬ ਇਹ ਦੱਸੋ ਤੇ ਤੁਸੀਂ ਗੁਜਰਾਤ ਤੋਂ ਇਲਾਵਾ ਹੋਰ ਕਿੱਥੇ ਸਟੇਜ ਕੀਤੇ? ਮੈਂ ਗੁਜਰਾਤ ਤੋਂ ਇਲਾਵਾ ਲਾਹੌਰ ਕੀਤਾ, ਕੋਟ ਅਬਦੁਲ ਮਾਲਕ ਕੀਤਾ, ਮੁਲਤਾਨ ਕੀਤਾ, ਮੁਲਤਾਨ ਤੋਂ ਬਾਅਦ ਸਾਹੀਵਾਲ ਕੀਤਾ, ਸਾਹੀਵਾਲ ਤੋਂ ਬਾਅਦ ਫੈਸਲਾਬਾਦ। ਇੰਜ ਕਿਉਂ ਨਾ ਕਹਾਂ ਮੈਂ ਕਿ ਪੂਰਾ ਪਾਕਿਸਤਾਨ ਤੁਸੀਂ ਕੀਤਾ? ਹਾਂਜੀ, ਪੂਰਾ ਪਾਕਿਸਤਾਨ ਕੀਤਾ ਅੱਲਾ ਦੀ ਰਹਿਮਤ ਨਾਲ। ਤੇ ਤੁਸੀਂ ਇਹ ਦੱਸੋ ਟਾਈਗਰ ਸਾਹਿਬ ਕਿ ਜਿਹੜੇ ਇਹ ਵੱਡੇ ਫਨਕਾਰ ਨੇ
ਵੱਡੇ ਮਸਲਨ ਨਾਸਰ ਚਨੋਟੀ ਸਾਹਿਬ ਹਾਂਜੀ, ਹੋ ਹਾਂਜੀ। ਗਏ, ਅਕਰਮ ਦਾਸ ਸਾਹਿਬ ਹੋ ਗਏ, ਵਿੱਕੀ ਹਾਂਜੀ। ਕੋਡੂ ਸਾਹਿਬ ਹੋ ਗਏ, ਨਸੀਮ ਜੀ। ਵਿੱਕੀ ਹੋ ਗਏ, ਇਹਨਾਂ ਨਾਲ ਵੀ ਕੋਈ ਸ਼ਰਫ ਹਾਸਲ ਹੋਇਆ ਤੁਹਾਨੂੰ ਕੰਮ ਕਰਨ ਦਾ? ਹਾਂਜੀ ਮਾਸ਼ਾਅੱਲਾ, ਮੈਂ ਨਸੀਮ ਵਿੱਕੀ ਸਾਹਿਬ ਨਾਲ ਕਾਫੀ ਦੇਰ ਟਾਈਮ ਕੀਤਾ ਔਰ ਉਹਨਾਂ ਦੀ ਪ੍ਰੋਡਕਸ਼ਨ ਦੇ ਵਿੱਚ ਰਹਿ ਕੇ ਕੀਤਾ। ਉਹ ਡਾਇਰੈਕਟਰ ਸਨ, ਮੈਂ ਐਜ ਐਕਟਰ ਉਹਨਾਂ ਨਾਲ ਕੰਮ ਕੀਤਾ। ਫਿਰ ਆਗਾ ਮਾਜid ਸਾਹਿਬ ਨਾਲ ਕੀਤਾ, ਫਿਰ ਉਹਦੇ ਤੋਂ ਬਾਅਦ ਆਸਫ ਇਕਬਾਲ ਸਾਹਿਬ ਨਾਲ ਕੀਤਾ, ਫਿਰ ਉਹਦੇ ਬਾਅਦ ਗੁਲਫਾਮ ਸਾਹਿਬ ਨਾਲ ਕੀਤਾ, ਫਿਰ ਸ਼ੇਰੀ ਖਾਨ ਸਾਹਿਬ ਨਾਲ ਕੀਤਾ। ਅੱਛਾ, ਸ਼ੇਰੀ ਖਾਨ ਸਾਹਿਬ ਦਾ ਜ਼ਿਕਰ ਹੋ ਗਿਆ ਹੈ। ਇਹ ਦੱਸੋ, ਸ਼ੇਰੀ ਖਾਨ ਸਾਹਿਬ ਵੀ ਗੁਜਰਾਤ ਦੇ ਫਨਕਾਰ ਨੇ ਤੇ ਇਹ ਮਾਸ਼ਾਅੱਲਾ ਬੜੇ ਛਾਏ ਹੋਏ ਨੇ, ਇਹਨਾਂ ਕੋਲੋਂ ਤੁਸੀਂ ਕੀ ਕੁਝ ਸਿੱਖਿਆ? ਇਹ ਸ਼ੇਰੀ ਖਾਨ ਸਾਹਿਬ ਹਾਂ ਗੁਜਰਾਤ ਦੇ ਫਨਕਾਰ ਨੇ, ਤੇ ਤੁਸੀਂ ਕਹਿ ਲਓ ਕਿ ਮੈਂ ਜੋ ਕੁਝ ਵੀ ਹੈ ਨਾ ਅੱਜ ਇਹਨਾਂ ਕੋਲ ਹੀ ਸਿੱਖਿਆ ਔਰ ਇਹਨਾਂ ਦੇ ਹੀ ਹੱਥ ਦਾ ਮੈਂ ਮਤਲਬ ਅੱਜ ਸਿੱਖਿਆ ਕੀਤੇ ਆ, ਸਾਰਾ ਕੁਝ ਕਰ ਰਿਹਾ। ਅਗਰ ਇਹ ਨਾ ਹੁੰਦੇ ਤਾਂ ਸ਼ਾਇਦ ਮੈਂ ਨਾ ਹੁੰਦਾ। ਅੱਛਾ, ਮਾਸ਼ਾਅੱਲਾ, ਯਾਨੀ ਕਿ ਕਹਿਣ ਦਾ ਮਕਸਦ ਹੈ ਕਿ ਬਾਬਰ ਬੇਗ ਸਾਹਿਬ ਨੇ ਤੁਹਾਨੂੰ ਮੁਤਾਰਫ ਕਰਾਇਆ ਹੈ ਤੇ ਤੁਹਾਨੂੰ ਤਰਾਸ਼ਿਆ ਜਿਹੜਾ ਵੇ ਉਹ ਸ਼ੇਰੀ ਖਾਨ ਸਾਹਿਬ ਨੇ। ਹਾਂਜੀ, ਇਸ ਤਰ੍ਹਾਂ ਹੀ ਸ਼ੇਰੀ ਖਾਨ ਸਾਹਿਬ ਨੇ ਤਰਾਸ਼ਿਆ ਔਰ ਮੈਂ ਮਤਲਬ ਤਕਰੀਬਨ ਜ਼ਿੰਦਗੀ ਦੇ 7 ਸਾਲ ਉਹਨਾਂ ਕੋਲ ਕੱਢੇ ਨੇ ਉਹਨਾਂ ਨੇ। ਅੱਛਾ, ਮੈਂ ਤੇ ਇੱਥੋਂ ਤੱਕ ਸੁਣਿਆ ਕਿ ਜਿਹੜੇ ਸ਼ੇਰੀ ਖਾਨ ਸਾਹਿਬ ਨੇ, ਉਹਨਾਂ ਦੇ ਜਿਹੜੇ ਫੈਮਿਲੀ ਹੈ, ਘਰ ਵਾਲੇ ਨੇ, ਉਹਨਾਂ ਤੁਹਾਨੂੰ ਆਪਣਾ ਇੰਜ ਜਿਸ ਤਰ੍ਹਾਂ ਸੱਕਾ ਪੁੱਤਰ ਹੁੰਦਾ ਹੈ, ਇਸ ਤਰ੍ਹਾਂ ਬਣਾਇਆ ਹੋਇਆ ਹੈ। ਹਾਂਜੀ, ਇਸ ਤਰ੍ਹਾਂ ਹੀ ਸੀ। ਮੈਂ ਮਤਲਬ ਫੈਮਿਲੀ ਦੇ ਨਾਲ ਹੀ ਰਹਿ ਰਿਹਾ, ਸਾਰਾ ਕੁਝ ਕਰ ਰਿਹਾ ਸਾਂ ਤੇ ਉਹਨਾਂ ਦੀ ਜਿਹੜੀ ਮਿਸਿਸ ਦੇ ਮਤਲਬ ਉਹ ਮੈਂ ਉਹਨਾਂ ਨੂੰ ਮਾਂ ਜੀ ਕਹਿੰਦਾ ਸਾਂ, ਮਾਂ ਕਹਿੰਦਾ ਸਾਂ, ਬੜਾ ਪਿਆਰ ਸੀ ਮੇਰਾ। ਮਤਲਬ ਉਹਨਾਂ ਦੀ ਹੀ ਬਤੌਲਤ ਅੱਜ ਮਤਲਬ ਮੈਂ ਸਾਰਾ ਕੁਝ ਉਹਨਾਂ ਮਤਲਬ ਬੜਾ ਪਿਆਰ ਕੀਤਾ ਮੈਨੂੰ। ਅੱਛਾ, ਯਾਨੀ ਕਿ ਉਹਨਾਂ ਨੂੰ ਤੁਸੀਂ ਮਾਂ ਕਹਿੰਦੇ ਹੋ। ਹਾਂਜੀ। ਤੇ ਫੈਸਲਾਬਾਦ ਦੇ ਵਿੱਚ ਜਦੋਂ ਤੁਸੀਂ ਗੁਜਰਾਤੋਂ ਗਏ ਹੋ ਹਾਂਜੀ ਹਾਂਜੀ ਤੇ ਤੁਹਾਨੂੰ ਕੀ ਫੀਲ ਹੋਇਆ ਉੱਥੇ ਦਾ? ਕਿਉਂਕਿ ਉੱਥੇ ਦਾ ਮਾਹੌਲ ਇੱਕ ਅਲੱਗ ਹੈ, ਜੁਗਤਾ ਕਰਨ ਦਾ ਤਰੀਕਾ ਅਲੱਗ ਹੈ, ਤਰੀਕਾਕਾਰ ਕੋਈ ਮੁਸ਼ਕਲਾਤ ਪੇਸ਼ ਆਈਆਂ? ਹਾਂਜੀ, ਮੁਸ਼ਕਲਾਤ ਤਾਂ ਫਿਰ ਤੁਹਾਨੂੰ ਪਤਾ ਜਦੋਂ ਨਵੇਂ ਸ਼ਹਿਰ ਜਾਈਏ ਮੁਸ਼ਕਲਾਤ ਤਾਂ ਹੁੰਦੀਆਂ ਨੇ, ਲੇਕਿਨ ਐਵੇਂ ਕਿ ਕੋਈ ਮਤਲਬ ਖਾਣ ਪੀਣ ਦੀ ਮੁਸ਼ਕਲਾਤ ਨਹੀਂ ਬਣੀ, ਕੋਈ ਪੈਸੇ ਧੇਲੇ ਦੀ ਨਹੀਂ। ਲੇਕਿਨ ਹਾਂ ਕਿ ਡਰਾਮੇ ਦੇ ਲਿਹਾਜ਼ ਨਾਲ ਬੜੀ ਮੁਸ਼ਕਲ ਸੀ। ਮੇਰੀ ਸਪੀਡ ਘੱਟ ਸੀ ਗੁਜਰਾਤ ਦੇ ਲਿਹਾਜ਼ ਨਾਲ, ਉਹਨਾਂ ਦੀ ਸਪੀਡ ਜ਼ਿਆਦਾ ਸੀ ਕੰਮ ਕਰਨ ਦੀ। ਮੈਂ ਕਾਫੀ ਦੇਰ ਮਤਲਬ ਪਿੱਛੇ ਬਹਿ ਕੇ ਪਰਦੇ ਦੇ ਜਿਹੜਾ ਬੈਕ ਸਟੇਜ ਹੁੰਦਾ ਨਾ, ਉੱਥੇ ਮੈਂ ਕਾਫੀ ਦੇਰ ਮੈਨੂੰ ਸ਼ੇਰੀ ਸਾਹਿਬ ਨੇ ਬਿਠਾਇਆ, ਉਹਨਾਂ ਕਿਹਾ ਦੇਖ ਇਹਨਾਂ ਦੀ ਸਪੀਡ ਕਿੰਨੀ ਕੰਮ ਕਰਨ। ਯਾਨੀ ਕਿ ਪਿੱਛੇ ਬਹਿ ਕੇ ਤੂੰ ਸਿੱਖ ਕੰਮ। ਹਾਂਜੀ, ਮੈਂ ਫਿਰ ਉੱਥੇ ਜਾ ਕੇ ਦੁਬਾਰਾ ਫਿਰ ਸਿੱਖਿਆ ਪਿੱਛੇ ਬਹਿ ਕੇ। ਫਿਰ ਮੈਂ ਮਤਲਬ ਸਿੱਖ ਕੇ ਫਿਰ ਅੱਗੇ ਆਇਆ, ਫਿਰ ਉਹਨਾਂ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਮਤਲਬ ਥੋੜਾ ਮਿਲਦਾ ਫਿਰ ਮੈਂ ਉਹਨਾਂ ਨਾਲ ਇੱਕ ਅੱਛੀ ਰੂਟੀਨ 'ਚ ਬੈਟਿੰਗ ਜਿਸ ਤਰ੍ਹਾਂ ਚੇਨ ਬਣ ਗਈ, ਇੱਕ ਚੇਨ ਬਣ। ਜਿਸ ਤਰ੍ਹਾਂ ਕਹਿੰਦੇ ਨੇ ਦੋ ਫਨਕਾਰ ਦੋ ਕ੍ਰਿਕਟਰ ਇਨਿੰਗਸ ਖੇਡਦੇ ਨੇ, ਇਸ ਤਰ੍ਹਾਂ ਫਿਰ ਮੈਂ ਇਨਿੰਗਸ ਖੇਡਣੀ ਸ਼ੁਰੂ ਕਰ ਦਿੱਤੀ ਉਹਨਾਂ ਨਾਲ। ਠੀਕ ਹੋ ਗਿਆ ਮਾਸ਼ਾਅੱਲਾ। ਤੇ ਹੁਣ ਤੁਹਾਡਾ ਪੂਰੇ ਪਾਕਿਸਤਾਨ 'ਚ ਨਾਂ ਹੈ। ਹਾਂਜੀ, ਅੱਲਾ ਦੇ ਕਰਮ ਨਾਲ। ਨਾਜ਼ਰੀਨ, ਮੈਂ ਇੱਕ ਦਿਨ ਆਪਣੇ ਸ਼ਹਿਰ ਗੁਜਰਾਤ ਗਿਆ ਤੇ ਮੈਂ ਵੇਖਿਆ ਬੜੇ ਪੋਸਟਰ ਲੱਗੇ ਹੋਏ ਨੇ ਤੇ ਇੱਕ ਨਾਂ ਵਿੱਚ ਲਿਖਿਆ ਟਾਈਗਰ ਖਾਨ। ਤੇ ਮੈਂ ਵੇਖਿਆ ਟਾਈਗਰ ਖਾਨ, ਕਿਉਂਕਿ ਮੈਂ ਥੋੜਾ ਬਹੁਤ ਜਾਣਦਾ ਸਾਂ ਪਹਿਲੇ, ਤੇ ਮੈਂ ਕਿਹਾ ਯਾਰ ਇਹ ਤੇ ਸਾਡੇ ਗੁਜਰਾਤ ਦਾ ਫਨਕਾਰ ਹੈ ਤੇ ਮਾਸ਼ਾਅੱਲਾ ਅੱਜ ਇਹਦੇ ਗੁਜਰਾਤ ਦੇ ਵਿੱਚ ਇਹਦੇ ਪੋਸਟਰ ਲੱਗੇ ਹੋਏ ਨੇ। ਤੇ ਮੈਂ ਸੋਚਿਆ ਕਿਉਂ ਨਾ ਕਿ ਇਹਦਾ ਇੰਟਰਵਿਊ ਕੀਤਾ ਜਾਏ। ਮੈਂ ਫਿਰ ਕਿਸੇ ਜ਼ਰੀਏ ਇਹਨਾਂ ਨਾਲ ਰਾਬਤਾ ਕੀਤਾ ਤੇ ਇਹਨਾਂ ਦੀ ਮਿਹਰਬਾਨੀ, ਇਹ ਸਾਡੇ ਕੋਲ ਆਏ, ਇਹਨਾਂ ਨੇ ਸਾਨੂੰ ਟਾਈਮ ਦਿੱਤਾ ਤੇ ਇਹ ਅੱਜ ਮੈਂ ਇਹਨਾਂ ਦਾ ਇੰਟਰਵਿਊ ਕਰ ਰਿਹਾ। ਤੇ ਤੁਸੀਂ ਇਹ ਦੱਸੋ, ਇਹ ਮੈਂ ਬੜੇ ਦੇਖੇ ਨੇ ਕਿ ਪ੍ਰੋਡਿਊਸਰ ਹੁੰਦੇ ਨੇ ਉੱਡ ਜਾਂਦੇ ਨੇ, ਕੋਈ ਡਰਾਮਾ ਕੀਤਾ ਤੇ ਰੋਂਦੇ ਹੁੰਦੇ ਨੇ ਸਿਰ ਤੇ ਬਾਹਾਂ ਰੱਖ ਕੇ। ਇਹ ਤੁਸੀਂ ਇਹ ਦੱਸੋ ਕਿ ਇਹਨਾਂ ਨੂੰ ਕੀ ਕਰਨਾ ਚਾਹੀਦਾ ਕਿ ਜਿਸ ਤਰ੍ਹਾਂ ਇਹ ਉੱਡਣ ਨਾ? ਇਹ ਨਾ ਕੁਛ ਜਿਹੜਾ ਨਾ ਕਿ ਮਤਲਬ ਇਹਨਾਂ ਦੇ ਵਿੱਚ ਹੀ ਬੰਦੇ ਹੁੰਦੇ ਨੇ ਇਹਨਾਂ ਨੂੰ ਡਾਉਣ ਵਾਲੇ, ਜਿਹੜੇ ਇਹਨਾਂ ਨਾਲ ਮਤਲਬ ਦੋਸਤ ਵੀ ਹੁੰਦੇ ਨੇ, ਸਾਰਾ ਕੁਝ ਹੁੰਦੇ ਨੇ। ਕਿਸੇ ਵੇਲੇ ਟੀਮ ਮਹਿੰਗੀ ਇਹਨਾਂ ਨੂੰ ਹੀ ਕਰਾ ਦਿੰਦੇ ਨੇ। ਫਿਰ ਉਹਦੇ ਬਾਅਦ ਉਹ ਹੋਟਲ ਦਾ ਵੀ ਬਜਟ ਡਰਾਮੇ 'ਤੇ ਪਾ ਦਿੰਦੇ ਨੇ ਲਾਸਟ 'ਚ। ਫਿਰ ਉਹਦੇ ਬਾਅਦ ਜਿਹੜੇ ਬਾਹਰ ਦੇ ਖਾਣੇ ਹੁੰਦੇ ਨੇ ਲੜਕੀਆਂ ਨਾਲ, ਉਹ ਵੀ ਹੀ ਮਤਲਬ ਬਜਟ ਜਿਹੜਾ ਡਰਾਮੇ 'ਚ ਪਾ ਦਿੰਦੇ ਨੇ। ਹਾਲਾਂਕਿ ਇਹ ਬਜਟ ਡਰਾਮੇ ਦਾ ਤਾਂ ਨਹੀਂ ਹੁੰਦਾ, ਇਹ ਤਾਂ ਤੁਹਾਡਾ ਆਪਣਾ ਦੋਸਤਾਨਾ ਯਾਰਾਨੇ ਦਾ ਬਜਟ ਹੈ ਨਾ। ਜੀ। ਤੇ ਇਹ ਉਹ ਹੀ ਡਰਾਮੇ ਦਾ ਪਾ ਦਿੰਦੇ ਨੇ, ਉਹ ਫਿਰ ਲਾਸਟ 'ਚ ਗਿਣਿਆ ਜਾਂਦਾ। ਹਾਂ, ਡਰਾਮੇ ਨੂੰ ਅਗਰ ਕਮਰਸ਼ੀਅਲ ਵਾਈਜ਼ ਕੀਤਾ ਜਾਏ, ਡਰਾਮਾ ਅੱਜ ਵੀ ਲਾਸਟ ਨਹੀਂ ਦਿੰਦਾ। ਇਹ 2-4 ਵੀਕ ਪਹਿਲੇ ਨਾਸਰ ਚਨੋਟੀ ਸਾਹਿਬ ਬੜੇ ਅੱਛੇ ਆਰਟਿਸਟ ਨੇ, ਉਹਨਾਂ ਡਰਾਮਾ ਕੀਤਾ ਬੜੇ ਅੱਛੇ, ਜ਼ਿਆਦਾ ਔਰ ਬਿਹਤਰੀਨ ਪੈਸਿਆਂ 'ਚ ਕੀਤਾ। ਤੇ ਮੈਂ ਖੁਦ ਮਤਲਬ ਸੁਣ ਕੇ ਹੈਰਾਨ ਸਾਂ। ਲੇਕਿਨ ਇਹ ਸੁਣਿਆ ਉਹਨਾਂ ਨੇ ਜਿਹੜਾ ਕੀਤਾ ਸੀ, ਉਹਨਾਂ ਦਾ 40 ਲੱਖ ਦਾ ਬਜਟ ਸੀ ਤੇ ਉਹਨਾਂ ਨੇ ਬਹੁਤ ਜ਼ਿਆਦਾ ਪੈਸਾ ਕਮਾਇਆ। 20 ਲੱਖ ਰੁਪਏ ਤੇ ਇਕੱਲੇ ਚਨੋਟੀ ਸਾਹਿਬ ਦਾ ਸਾਜੇ ਸੁਣਨ 'ਚ ਆਇਆ। ਤੇ ਬਾਕੀ ਟੀਮ ਦੇ ਵੀ ਪੈਸੇ ਸਾਜੇ, ਡਰਾਮੇ ਦੇ ਵੀ ਡੇਟ ਸੀ ਤੇ 40 ਤੋਂ ਵੀ ਅਵਾਬ ਸੀ। ਲੇਕਿਨ ਫਿਰ ਵੀ ਡਰਾਮਾ ਪ੍ਰੋਫਿਟ ਦੇ ਕੇ ਗਿਆ। ਸੁਪਰ ਹਿੱਟ ਰਿਹਾ। ਹਾਂਜੀ, ਕਮਰਸ਼ੀਅਲ ਵਾਈਜ਼ ਕੀਤਾ ਗਿਆ ਨਾ ਡਰਾਮਾ ਤੇ ਉਹ ਪ੍ਰੋਫਿਟ ਦੇ ਕੇ ਗਿਆ। ਮਾਸ਼ਾਅੱਲਾ, ਕੀ ਬਾਤ ਹੈ। ਤੇ ਅੱਛਾ, ਇਹ ਕੋਈ ਵੀ ਡਰਾਮਾ ਹੈ ਜਾਂ ਕੋਈ ਵੀ ਹੈ, ਅਗਰ ਉਹ ਫਨਕਾਰ ਉਹਨੂੰ ਦਿਲ ਲਾ ਕੇ ਨਹੀਂ ਕਰਦਾ ਤੇ ਉਹ ਡਰਾਮਾ ਲਾਸ 'ਚ ਚਲਾ ਜਾਂਦਾ ਹੈ। ਤੁਸੀਂ ਉਹਨਾਂ ਫਨਕਾਰਾਂ ਨੂੰ ਕੀ ਕਹਿਣਾ ਚਾਹੋਗੇ ਕਿ ਜਿਹੜੇ ਵਿਚਾਰੇ ਮਾੜੇ ਪ੍ਰੋਡਿਊਸਰ ਨੇ, ਉਹਨਾਂ ਨਾਲ ਕਿਸ ਤਰ੍ਹਾਂ ਦਾ ਉਹ ਤਾਵਨ ਕਰਨ? ਫਨਕਾਰ ਤੇ ਮੇਰੇ ਖਿਆਲ ਨਾਲ ਕੋਈ ਨਹੀਂ ਐਸਾ ਹੁੰਦਾ ਜਿਹੜਾ ਦਿਲ ਤੋਂ ਬਗੈਰ ਕੰਮ ਕਰੇ, ਕਿਉਂਕਿ ਡਰਾਮਾ ਇੱਕ ਐਸਾ ਚੀਜ਼ ਹੈ ਕਿ 2 ਘੰਟੇ ਦਾ ਡਰਾਮਾ ਹੁੰਦਾ 120 ਮਿੰਟਾਂ ਦਾ, ਤੇ ਵਿੱਚ ਸਮਝ ਲਓ ਕਿ 7-8 ਮੁੰਡੇ ਹੁੰਦੇ ਨੇ ਤੇ 7-8 ਮੁੰਡਿਆਂ ਤੇ ਤੁਸੀਂ ਮਤਲਬ 120 ਮਿੰਟਾਂ ਨੂੰ ਤਕਸੀਮ ਕਰੋ ਤੇ 5-5 4-4 ਮਿੰਟ ਹੀ ਹੋਣੇ ਨਾ ਜੀ, ਐਸੇ ਤਰ੍ਹਾਂ। ਤੇ ਅੱਧਾ ਘੰਟੇ ਤੇ ਤੁਸੀਂ ਗਾਣੇ ਵੀ ਕੱਢ ਲਓ ਲੜਕੀਆਂ ਦੇ ਵਿੱਚੋਂ, 5 ਲੜਕੀਆਂ ਨੇ ਤੇ 5 ਗਾਣੇ ਅੱਧੇ ਘੰਟੇ ਦੇ ਹੋ ਗਏ। ਤੇ ਜਿਹੜਾ ਬੰਦਾ ਆਪਣੇ ਰਿਜ਼ਕ ਨਾਲ 5 ਮਿੰਟ ਵੀ ਮੁਖਲਸ ਨਹੀਂ
ਤੇ ਉਹ ਤਾਂ ਫਿਰ ਤੁਹਾਨੂੰ ਪਤਾ ਬੇਕਾਰ ਹੀ ਹੈ ਨਾ। ਉਹ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਬੜਾ ਵੱਡਾ ਫਨਕਾਰ ਹੈ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ। ਉਹ ਸਟੇਜ ਕਰ ਰਹੇ ਸਨ ਤੇ ਉਹਨਾਂ ਆਖਿਆ ਜੀ ਇਹ ਲੜਕੀ ਤੁਹਾਡੇ ਨਾਲ ਕਾਸਟ ਕੀਤੀ ਹੈ, ਤੇ ਉਹ ਉਹਨੂੰ ਜ਼ਿੱਦ 'ਚ ਪਿਆ ਸੀ, ਕਹਿੰਦਾ ਨਹੀਂ ਜੀ ਇਹ ਤੇ ਮੇਰੀ ਸ਼ਾਗਿਰਦ ਹੈ ਤੇ ਮੈਂ ਆਪਣੀ ਸ਼ਾਗਿਰਦ ਦੇ ਨਾਲ ਕੰਮ ਹੀ ਨਹੀਂ ਕਰਨਾ। ਤਾਂ ਉਹ ਡਰਾਮਾ ਬੁਰੀ ਤਰ੍ਹਾਂ ਫਲਾਪ ਗਿਆ, ਕਿਉਂਕਿ ਉਹ ਸਹੀ ਤਰ੍ਹਾਂ ਉਹਨਾਂ ਸਹੀ ਕੰਮ ਕੀਤਾ ਹੀ ਨਹੀਂ ਸੀ ਹੈ। ਤੇ ਅਗਰ ਜਿਸ ਤਰ੍ਹਾਂ ਕਿ ਟਾਈਗਰ ਸਾਹਿਬ ਕਹਿ ਰਹੇ ਨੇ ਕਿ ਕੋਈ ਵੀ ਫਨਕਾਰ ਉਹ ਆਪਣੇ ਕੰਮ ਨਾਲ ਮੁਖਲਸ ਹੋ ਜਾਏ ਤੇ ਉਹ ਡਰਾਮਾ ਕਦੀ ਲਾਸ ਨਹੀਂ ਹੁੰਦਾ। ਤੇ ਨਾਜ਼ਰੀਨ, ਇਹ ਸਨ ਸਾਡੇ ਅੱਜ ਦੇ ਫਨਕਾਰ ਅਲੀ ਰਜ਼ਾ ਸਾਹਿਬ ਉਰਫ ਟਾਈਗਰ। ਇਹਨਾਂ ਦਾ ਬਹੁਤ ਸ਼ੁਕਰੀਆ, ਤੁਸੀਂ ਟਾਈਮ ਦਿੱਤਾ। ਇਨਸ਼ਾਅੱਲਾ ਨੈਕਸਟ ਟਾਈਮ ਫਿਰ ਤੁਹਾਨੂੰ ਯਾਦ ਕਰਾਂਗੇ, ਤੇ ਉਦੋਂ ਤੱਕ ਸਾਨੂੰ ਇਜਾਜ਼ਤ ਦਿਓ। ਨਵੇਂ ਕਿਸੇ ਫਨਕਾਰ ਦੇ ਨਾਲ ਨਵਾਂ ਇੰਟਰਵਿਊ ਕਰਾਂਗੇ। ਜਨਾਬ ਬਹੁਤ ਸ਼ੁਕਰੀਆ, अस्सलाम वालेकुम। ਇਹ ਵਾਲੇਕੁਮ ਅਸਲਾਮ। ਤੇ ਦੱਸ ਦਿਓ ਨਾ ਤਾਵਨ ਜ਼ਰਾ ਦੁਬਾਰਾ ਇੱਕ ਵਾਰੀ ਦੱਸੋ ਨਾਜ਼ਰੀਨ ਨੂੰ ਕਿ ਕਿੰਨਾ ਕੀਤਾ ਹੈ। ਅੱਛਾ ਜੀ, ਗੁੱਡ ਲੱਕ ਜੀ ਸਾਡੇ ਨਾਲ ਜਿਹੜਾ ਅੱਜ ਦਾ ਤਾਵਨ ਕੀਤਾ ਗਿਆ ਸੀ ਉਹ ਹੈ ਗੁੱਡ ਲੱਕ ਕਾਸਮੈਟਿਕਸ ਪ੍ਰਾਈਵੇਟ ਲਿਮਿਟਿਡ ਇੰਡਸਟਰੀ। ਇਹ ਕਾਸਮੈਟਿਕਸ ਦਾ ਬਹੁਤ ਅੱਛਾ ਸਮਾਨ ਬਣਾਉਂਦੇ ਨੇ ਤੇ ਇਹਨਾਂ ਕੋਲ ਕਾਸਮੈਟਿਕਸ ਦੀ ਬਹੁਤ ਵੱਡੀ ਰੇਂਜ ਹੈ। ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹਨਾਂ ਦੇ ਬਾਰੇ? ਇਹਨਾਂ ਦੀ ਕਰੀਮ ਦਾ ਜਨਾਬ ਬੜਾ ਅੱਛਾ ਰਿਜ਼ਲਟ ਹੈ, ਕਿਉਂਕਿ ਮੈਂ ਇੰਟਰਵਿਊ ਤੋਂ ਪਹਿਲੇ ਮੈਨੂੰ ਚੈੱਕ ਵੀ ਕਰਾਈ ਗਈ ਹੈ ਔਰ ਮੈਂ ਲਾਈ ਹੈ। ਕਾਫੀ ਅੱਛਾ ਰਿਜ਼ਲਟ ਹੈ ਜਨਾਬ, ਇਹ ਯੂਜ਼ ਕਰਨੀ ਚਾਹੀਦੀ ਹੈ। ਫਿਰ ਉਹਦੇ ਬਾਅਦ ਇਹਨਾਂ ਦਾ ਫੇਸ ਵਾਸ਼ ਅੱਛਾ ਹੈ, ਫਿਰ ਉਹਦੇ ਬਾਅਦ ਸ਼ੈਂਪੂ ਵੀ ਅੱਛਾ ਹੈ, ਤੇ ਹੋਰ ਵੀ ਕਾਫੀ ਚੀਜ਼ਾਂ ਇਹਨਾਂ ਦੀਆਂ ਅੱਛੀਆਂ ਨੇ। ਔਰ ਮੈਨੂੰ ਖੁਸ਼ੀ ਵਾਲੀ ਗੱਲ ਹੈ ਕਿ ਗੁਜਰਾਤ 'ਚ ਬਣਨ ਡਈ ਹੈ ਯਾਰ, ਮੈਨੂਫੈਕਚਰਿੰਗ ਗੁਜਰਾਤ 'ਚ ਹੋ ਰਹੀ ਹੈ। ਗੁਜਰਾਤ ਦੇ ਵਿੱਚ ਮੈਨੂਫੈਕਚਰਿੰਗ ਹੋ ਰਹੀ ਹੈ, ਗੁਜਰਾਤ ਦੀ ਇੰਡਸਟਰੀ ਹੈ ਤੇ ਪਾਕਿਸਤਾਨ ਦੀ ਆਪਣੀ ਇੰਡਸਟਰੀ ਹੈ। ਪਾਕਿਸਤਾਨ ਦੁਨੀਆ ਜਿਹੜੀ ਹੈ ਉਹ ਪਈ ਹੈ ਦੂਜੇ ਮੁਲਕਾਂ ਦੀਆਂ ਚੀਜ਼ਾਂ ਦੇ ਮਗਰ, ਲੇਕਿਨ ਆਪਣੇ ਮੁਲਕ ਦੀਆਂ ਚੀਜ਼ਾਂ ਨੂੰ ਇਗਨੋਰ ਕਰਦੀਆਂ। ਲੇਕਿਨ ਇਹ ਆਪਣੇ ਮੁਲਕ ਦੀਆਂ ਚੀਜ਼ਾਂ ਨੇ। ਇਸਰਾਈਲ ਨੂੰ ਛੱਡੋ ਤੇ ਪਾਕਿਸਤਾਨ ਨੂੰ ਅਪਣਾਓ। ਬਹੁਤ ਸ਼ੁਕਰੀਆ ਜਨਾਬ। ਪਾਕਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ।